बरे मुरदार ज्ञानी नचे बजे बाबे रूप करे श्रृंगार उच्चे कुके बाधा गावे जोधा का विचार मूर्ख पंडित हिक मत हुज्जत संजय करे प्यार धर्मी धर्म करे गवावे मंगे मुख द्वार जति सदा वह जुगत न जाने छड बह करबार सबको पूरा प्यो वह घट न कोई आखे पत परवाणे पिछे पाइए ता नानक तोलिया जपे महला पहला। तुर कर्म जिना को तुद पाया तातिनी तुद बेकी जगत पाया एक नानो तू मेल जिथे तुत आप बजाया सच समाया वाहिगुरु। ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਕਲ ਯੁਗ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ परम सत्कारयोग गुरां की साजी और नवाजी हुई सत्संग जी अमृत वेला सच नाम वड्याई विचार साहिब सच्चे पातशाह महाराज जी दे पावन और पवित्र चलना विच सच्ची वारगाह अंदर जुड़न दा सुभाग समा अंमृत वेले दा बख्शिश कीता दाते ने महाराज जी कहन लगे अंमृत वेला सच नाम अंमृत वेले उस परमात्मा दीयां वड्याइयां करन दा समा है। वैसे अड्ड वड्डी हर एक विद्वानां दी राय जदों अंमृतमई बाणी दे नाल जुड़ांगे उदों अंमृत वेला ही हुंदा है।
पर ਅੰਮ੍ਰਿਤ ਵੇਲੇ ਦਾ ਵੱਖਰਾ ਆਨੰਦ ਹੈ ਕੁਝ। ਜਦੋਂ ਅਸੀਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਪੜ੍ਹਾਂਗੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਰ ਨਾਮ ਧਿਆਵੈ, ਉਦਮ करे पल के प्रभाती, स्नान करे अमृत सल नावे। उद्यम करके हट करके ही औखा है अमृत वेले दा जागना। सतगुरु जी कहते सब तो औखा ही अमृत वेले दा जागना। दूसरा जाग के फिर गुरबाणी पढ़नी सुननी, सब नालों कठिन काम महाराज जी ने दसिया है। क्योंकि पुछ लो गुरु नानक देव महाराज जी कहते आखने औखा साचा नाम। परमात्मा का नाम लैना भी ते सुनना भी सब तो औखा है। मनुख होर ਕੰਮ ਧੰਦੇ ਕਰ ਲਓ ਦਿਨ ਰਾਤ, ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ, 24 ਘੰਟੇ ਵੀ ਕਰ ਲਊਗਾ, 8 ਪਹਿਰ। ਪਰ ਜਦੋਂ ਪਰਮਾਤਮਾ ਦਾ ਨਾਮ ਜਪਣ ਦਾ ਵੇਲਾ ਆਉਂਦਾ, ਰੱਬ ਨੂੰ ਯਾਦ ਕਰਨ ਦਾ ਵੇਲਾ ਆਉਂਦਾ, ਉਦੋਂ ਫਿਰ ਮਹਾਰਾਜ ਜੀ ਕੀ ਕਹਿੰਦੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਇਹ ਤਾਂ ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਦਾ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਆ ਜੇਠ ਦੇ ਮਹੀਨੇ ਵਿੱਚ ਕਿਵੇਂ ਤਤੀਆਂ ਤਵੀਆਂ ਉੱਤੇ ਬੈਠੇ ਸਨ। ਉਹਨਾਂ ਦੀ ਬਾਬਤ ਮਹਾਰਾਜ ਜੀ ਨੇ ਲਿਖਿਆ, ਜਗ ਮੈਂ ਉੱਤਮ ਕਾਢੀਏ ਬਿਰਲੇ ਕੇਈ ਕੇ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਜੀਤ। ਕਹਿੰਦੇ ਕਰੋੜਾਂ ਦੇ ਵਿੱਚ ਕਦੇ ਮਿਲੂਗਾ ਜਿਹੜਾ ਇਸ ਪਾਸੇ ਜੁੜਿਆ ਹੋਊ ਪਰਮਾਤਮਾ ਦੇ ਨਾਮ ਵਾਲੇ ਪਾਸੇ। ਅੱਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ, ਆਓ ਆਪਣੇ ਇਤਿਹਾਸ ਨਾਲ ਜੁੜੀਏ। ਤਖਤਾਂ 'ਤੇ ਬੈਠੇ ਕੱਲ੍ਹ ਫਿਰ ਆਪ ਜੀ ਨੇ ਸੁਣਿਆ, ਸਹਾਰੀ ਮੱਲ ਨੇ ਕਿਹਾ ਮਹਾਰਾਜ ਕਿਰਪਾ ਕਰੋ ਮੇਰੇ ਨਾਲ ਚੱਲੋ, ਮੇਰੇ ਪੁੱਤਰ ਦਾ ਵਿਆਹ ਹੈ। ਤੁਹਾਡੇ ਜਾਣ ਦੇ ਨਾਲ ਬੜੀ ਵਧੀਆ ਰੌਣਕ ਵੱਜ ਜਾਣੀ ਹੈ, ਤੁਹਾਡੀ ਕਿਰਪਾ ਹੋ ਜਾਣੀ ਹੈ। ਮਹਾਰਾਜ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਮੈਂ ਚਲਿਆ ਗਿਆ ਉੱਥੇ ਇਕੱਠ ਬਹੁਤਾ ਹੋ ਜਾਣਾ ਹੈ, ਤੂੰ ਆਪਣੇ ਰਿਸ਼ਤੇਦਾਰ ਸਾਂਭੇਗਾ ਜਾਂ ਸੰਗਤ ਨੂੰ ਸਾਂਭੇਗਾ। ਦੂਜਾ, ਕਿਉਂਕਿ ਸੰਗਤ ਨੇ ਆਪਣੇ ਹਿਸਾਬ ਦੇ ਨਾਲ ਆਉਣਾ ਹੈ, ਰਿਸ਼ਤੇਦਾਰਾਂ ਨੇ ਆਪਣੇ ਹਿਸਾਬ ਦੇ ਨਾਲ ਆਉਣਾ ਹੈ। ਕੱਲ੍ਹ ਵਿਰਾਬ ਜੀ ਨੇ ਸੁਣਿਆ, ਉਹਦੇ ਮਨ ਵਿੱਚ ਸੀ ਵੀ ਜੇ ਗੁਰੂ ਸਾਹਿਬ ਚਲੇ ਜਾਣ ਮੇਰੇ ਕੋਲੇ ਤਾਂ ਮੇਰੇ ਘਰ ਸੰਗਤ ਬਹੁਤੀ ਆਊ, ਚੜਾਵਾ ਬਹੁਤਾ ਚੜ੍ਹ ਜੂਗਾ, ਚਲੋ ਧਨ ਪਦਾਰਥ ਮੇਰੇ ਘਰ ਦੇ ਵਿੱਚ ਹੀ ਰਹਿ ਜਾਵੇਗਾ। ਜੇ ਗੁਰੂ ਸਾਹਿਬ ਨਾ ਗਏ ਤਾਂ ਪ੍ਰਿਥੀ ਚੰਦ ਨੂੰ ਤੋਰ ਦੇਣ। ਗੁਰੂ ਜੀ ਦਾ ਵੱਡਾ ਸਪੁੱਤਰ ਬਾਬਾ ਪ੍ਰਿਥੀ ਚੰਦ ਆ, ਉਹਦੇ ਕੋਲੇ ਧਨ ਪਦਾਰਥ ਸਾਰੀ ਜ਼ਿੰਮੇਵਾਰੀ ਉਹਦੇ ਕੋਲੇ ਹੈ। ਪ੍ਰਿਥੀ ਚੰਦ ਵੀ ਮੁੱਕਰ ਗਿਆ ਵੀ ਮੈਂ ਵੀ ਨਹੀਂ ਜਾ ਸਕਦਾ। ਮਹਾਂਦੇਵ ਜੀ ਅਵਧੂਤ ਨੇ, ਸਭ ਤੋਂ ਛੋਟੇ ਸਨ ਫਿਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕੰਨੀ ਇਸ਼ਾਰਾ ਕਰਕੇ, ਬੇਟਾ ਪੁੱਤਰ ਤੂੰ ਚਲਿਆ ਜਾ। ਫਿਰ ਦੋਨੋਂ ਹੱਥ ਬੰਨ੍ਹ ਦਿੱਤੇ, ਮਹਾਰਾਜ ਜੀ ਜਿਵੇਂ ਤੁਹਾਡਾ ਹੁਕਮ ਹੈ। ਫਿਰ ਮਾਤਾ ਗੰਗਾ ਜੀ ਨੂੰ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਨੂੰ ਸਾਰੀ ਮੱਲ ਦੇ ਨਾਲ ਚਲੇ ਗਏ। ਇਉਂ ਕਰਿਓ, ਵਿਆਹ ਸ਼ਾਦੀ ਦੇ ਵਿੱਚ ਸਾਰਾ ਲੈਣ ਦੇਣ ਵੀ ਕਰਨਾ ਹੈ, ਦੁਨਿਆਵੀ ਗੱਲਾਂ ਬੰਨੀ ਵੀ ਧਿਆਨ ਰੱਖਣਾ ਹੈ, ਅਤੇ ਅਧਿਆਤਮਿਕ ਗੱਲ ਬੰਨੀ ਵੀ ਧਿਆਨ ਰੱਖਣਾ। ਉਸੇ ਤਰ੍ਹਾਂ ਨੇਮ ਵੀ ਬਣਿਆ ਰਹੇ।
ਸੁਬਾਹ ਸ਼ਾਮ ਕਥਾ ਕੀਰਤਨ ਦੇ ਵਿੱਚ ਵੀ ਜੁੜਨਾ ਹੈ। ਧਰਮਸ਼ਾਲਾ ਦੇ ਵਿੱਚ ਟਿਕਾਣਾ ਕਰ ਲਿਓ, ਉੱਥੇ ਸੰਗਤ ਵੀ ਆਊ, ਮਿਲੂ ਤੁਹਾਨੂੰ, ਨਾਲੇ ਸੰਗਤ ਦਾ ਭਲਾ ਹੋਊਗਾ, ਸੰਗਤ ਨੂੰ ਦਰਸ਼ਨ ਦਿਦਾਰੇ ਹੋ ਜਾਣਗੇ ਅਤੇ ਨਾਲੇ ਤੁਹਾਡੇ ਭਰਾ ਦੀ ਸ਼ਾਦੀ ਜਿਹੜੀ ਉਹ ਵਧੀਆ ਹੋ ਜਾਵੇਗੀ। ਗੁਰੂ ਜੀ ਦਾ ਹੁਕਮ ਮੰਨ ਕੇ, ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਨਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਸਾਹਿਬ ਜੀ ਚਲੇ ਗਏ, ਹੁਣ ਸਾਰੀ ਮੱਲ ਦੇ ਉਸ ਪੁੱਤਰ ਦੀ ਸ਼ਾਦੀ ਹੋਈ, ਵਿਆਹ ਮੰਗਣਾ ਹੋਇਆ, ਇਕੱਠ ਬੜਾ ਹੋਇਆ, ਖੁਸ਼ੀਆਂ ਦੇ ਗੀਤ ਗਾਏ ਗਏ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਰਤ ਜਿਹੜੀ ਹੈ ਨਾ, ਉਹ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹੈ। ਮਨ ਵਿੱਚ ਇਹ ਹੈ, ਵਿਆਹ ਸ਼ਾਦੀ ਹੋ ਗਈ, ਤੁਰਨ ਲੱਗੇ ਪਿਰਥੀ ਚੰਦ ਨੇ ਮਹਾਰਾਜ ਤੋਂ ਇਹ ਗੱਲ ਕਹਾ ਵੀ ਦਿੱਤੀ, ਚਲੋ ਕਹਿ ਲਓ ਅੱਡੋ ਅੱਡੀ ਰਾਏ ਵਿਦਵਾਨਾਂ ਦੀ, ਵੀ ਜਿੰਨਾ ਚਿਰ ਗੁਰੂ ਸਾਹਿਬ ਸੱਦਣ ਨਾ ਉਨਾ ਚਿਰ ਤੁਸੀਂ ਲਾਹੌਰ ਦੀ ਧਰਤੀ 'ਚੋਂ ਨਾ ਆਇਓ। ਪਿਰਥੀ ਚੰਦ ਦੇ ਮਨ ਵਿੱਚ ਇਹ ਆ ਗਈ ਵੀ ਚਲੋ ਇੰਨੇ ਨੂੰ ਮੈਨੂੰ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਉਹ ਮਹਾਰਾਜ ਜੀ ਦੇ ਦੇਣਗੇ। ਮਨ ਵਿੱਚ ਕੁਝ ਹੋਰ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਪਿਰਥੀ ਚੰਦ ਸੇਵਾ ਵੀ ਕਰਦਾ ਹੈ ਗੁਰੂ ਜੀ ਦੀ, ਪਰ ਮਨ ਵਿੱਚ ਭਾਵਨਾ ਨਹੀਂ ਹੈ। ਉਹ ਭਾਵਨਾ ਰੱਖ ਕੇ ਨਹੀਂ ਸੇਵਾ ਕਰਦਾ, ਮਨ ਵਿੱਚ ਇੱਕੋ ਹੀ ਭਾਵਨਾ, ਕਦੋਂ ਗੁਰੂ ਦੀ ਗੱਦੀ, ਮੇਰੇ ਪਿਤਾ ਦਾ ਸਾਰਾ ਕੁਝ ਮੇਰੇ ਕੋਲ ਆ ਜਾਵੇ, ਜਾਇਦਾਦ ਆ ਜਾਵੇ, ਇਹ ਧਨ ਪਦਾਰਥ ਮੇਰੇ ਕੋਲ ਆ ਜਾਵੇ, ਮੇਰੇ ਸਿਰ 'ਤੇ ਸੀਸ ਚੌਰ ਹੋਵੇ, ਮੈਨੂੰ ਸੰਗਤ ਮੱਥਾ ਟੇਕੇ, ਮੇਰੇ ਅਰਦਲੀਏ ਖੜਨ। ਇਸ ਤਰ੍ਹਾਂ ਮਨ ਵਿੱਚ ਖਿਆਲ ਹੈ ਪਿਰਥੀ ਚੰਦ ਦੇ। ਪੈਦਾ ਗੁਰੂ ਦੇ ਘਰ ਦੇ ਵਿੱਚ ਹੀ ਹੋਇਆ ਹੈ। ਵਕਤੇ ਖੀਰ ਜਦੋਂ ਵਿਆਹ ਸ਼ਾਦੀ ਹੋ ਗਈ, ਫਿਰ ਗੁਰੂ ਜੀ ਸੋਚਦੇ ਨੇ ਵੀ ਹੁਣ ਕਾਰਜ ਸਾਰਾ ਸੰਪੰਨ ਹੋ ਗਿਆ। ਮਹਾਰਾਜ ਜੀ ਨੇ ਇੱਕ ਧਰਮਸ਼ਾਲਾ ਦੇ ਵਿੱਚ ਟਿਕਾਣਾ ਕਰ ਲਿਆ ਲਾਹੌਰ ਦੀ ਧਰਤੀ ਵਿੱਚ। ਹੁਣ ਅੰਮ੍ਰਿਤਸਰ ਕੰਨੀ ਨੂੰ ਧਿਆਨ ਲਾ ਕੇ ਵੇਖਦੇ ਨੇ ਕਦੋਂ ਸੰਦੇਸ਼ਾ ਆਵੇ ਗੁਰੂ ਜੀ ਦਾ, ਅਤੇ ਕਦੋਂ ਅਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਜਾਈਏ, ਗੁਰੂ ਜੀ ਨਾਲ ਮਿਲੀਏ, ਗੁਰੂ ਜੀ ਦੇ ਦਰਸ਼ਨ ਕਰੀਏ, ਅੰਮ੍ਰਿਤਮਈ ਵਚਨ ਸਰਵਣ ਕਰੀਏ, ਉਹ ਸੰਗਤਾਂ ਦੇ ਦਰਸ਼ਨ ਕਰੀਏ। ਗੁਰੂ ਤੋਂ ਦੂਰ ਹਾਂ, ਜਦੋਂ ਗੁਰੂ ਤੋਂ ਸਿੱਖ ਦੂਰ ਹੋ ਜਾਵੇ, ਸਮਝ ਲਓ ਇੱਕ ਤਰ੍ਹਾਂ ਦਾ ਨਰਕ ਹੈ। ਜਦੋਂ ਸਿੱਖ ਗੁਰੂ ਦੇ ਨੇੜੇ ਹੈ, ਉਹਦੇ ਵਰਗਾ ਕੋਈ ਸਵਰਗ ਨਹੀਂ ਹੈ। ਹੁਣ ਇਹ ਨਹੀਂ ਹੈ ਵੀ ਗੁਰੂ ਦੇ ਦਰਬਾਰ ਵਿੱਚ ਬੈਠੇ ਰਹੋ, ਗੁਰੂ ਦੇ ਨੇੜੇ ਹਾਂ। ਕਈ ਮਨੁੱਖ ਗੁਰੂ ਦੇ ਨੇੜੇ ਬੈਠ ਕੇ ਵੀ ਦੂਰ ਹੈ, ਕਈ ਦੂਰ ਬੈਠੇ ਵੀ ਨੇੜੇ ਹੈ। ਕਈ ਤਨ ਕਰਕੇ ਗੁਰੂ ਕੋਲ ਹੈ, ਕਈ ਮਨ ਕਰਕੇ ਬਾਹਰ ਹੈ। ਕਈ ਤਨ ਕਰਕੇ ਬਾਹਰ ਹੈ, ਮਨ ਕਰਕੇ ਗੁਰੂ ਕੋਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤਨ ਕਰਕੇ, ਸਰੀਰ ਕਰਕੇ ਦੂਰ ਹੈ, ਪਰ ਮਨ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਹੈ। ਬਾਬਾ ਪਿਰਥੀ ਚੰਦ ਜੀ ਤਨ ਕਰਕੇ ਗੁਰੂ ਦੇ ਕੋਲੇ ਹੈ, ਮਨ ਕਰਕੇ ਬਾਹਰ ਹੈ, ਦੂਰ ਹੈ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਨਾ ਆ ਜਾਣ, ਕਿਤੇ ਹੁਣ ਨਾ ਆ ਜਾਣ, ਕਿਉਂਕਿ ਉਹ ਹਰ ਵਕਤ ਮਹਾਰਾਜ ਦੇ ਕੋਲੇ ਹੱਥ ਬੰਨ੍ਹ ਕੇ ਖੜੇ ਰਹਿੰਦੇ ਨੇ। ਕੰਮ ਧੰਦਾ ਕੋਈ ਕਰਦੇ ਨਹੀਂ, ਕੰਮਕਾਰ ਸਾਰਾ ਮੈਨੂੰ ਕਰਨਾ ਪੈਂਦਾ ਹੈ, ਮੈਂ ਵੱਡਾ। ਇਹ ਵੀ ਹੰਕਾਰ ਹੈ ਮਨ ਵਿੱਚ, ਮੈਂ ਵੱਡਾ ਹਾਂ। ਜਦੋਂ ਕੋਈ ਨਾ ਸੰਦੇਸ਼ਾ ਆਇਆ, ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਦਿਨ ਇੱਕ ਕਾਗਜ਼ ਚੁੱਕਿਆ, ਇੱਕ ਦਵਾਤ ਚੁੱਕੀ, ਕਲਮ ਚੁੱਕੀ। ਉਸ ਕਾਗਜ਼ ਦੇ ਉੱਤੇ ਕੁਝ ਗੁਰਬਾਣੀ ਦੀਆਂ ਪੰਗਤੀਆਂ ਬੜੇ ਪਿਆਰ ਵਿੱਚ ਆ ਕੇ ਲਿਖੀਆਂ ਗੁਰੂ ਜੀ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਕਾਰਜ ਸੰਪੰਨ ਹੋ ਗਿਆ, ਹੁਣ ਤੁਸੀਂ ਮੈਨੂੰ ਯਾਦ ਕਰੋ, ਤੁਹਾਡਾ ਸੰਦੇਸ਼ਾ ਆਵੇ, ਤੁਹਾਡਾ ਹੁਕਮ ਆਵੇ, ਫਿਰ ਅਸੀਂ ਆ ਜਾਈਏ ਤੁਹਾਡੇ ਚਰਨਾਂ ਵਿੱਚ। ਫਿਰ ਇਹ ਸ਼ਬਦ ਗੁਰੂ ਜੀ ਨੇ ਬੜੇ ਪਿਆਰ ਵਿੱਚ ਉਚਾਰਨ ਕਰਿਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ।
बिलप करै चातृक की न्याई, त्रिखा न उतरै शांत न आबै, बिन दर्शन संत प्यारे जियो, हाँ घोली जियो घोल कमाई, गुरदर्शन संत प्यारे जियो। ये शब्द लिख के संपूर्ण गुरु अर्जन देव महाराज जी ने एक सिख नूं फड़ा दिता, लै सिखा ये तू गुरु रामदास महाराज दे चरणों दे विच लाहौर तो अंबरसर की धरती का तकरीबन 30-35 किलोमीटर का फासला नेड़े है, जा भी सकते सी, गुरु दे सपुत्र भी सी, पर गुरु दे हुक्म की जिहड़ी उडीक दे विच है। ये पत्रिका सिख ने हत्थ विच लई लाहौर की धरती विचों तुरिया, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਜਦੋਂ ਦਰਸ਼ਨੀ ਡਿਊਟੀ ਦੇ ਵਿੱਚ ਜਾ ਕੇ ਨਮਸਕਾਰ ਕੀਤੀ, ਪ੍ਰਿਥੀ ਚੰਦ ਅੱਗੇ ਫਿਰਦਾ ਸੀ, ਪੁੱਛਿਆ ਸਿੱਖਾ ਕਿੱਥੋਂ ਆਇਆ? ਲਾਹੌਰ ਤੋਂ ਆਇਆ। ਅੱਛਾ, ਉੱਥੇ ਸਾਡੇ ਛੋਟੇ ਭਰਾ ਨੇ, ਸਾਡੇ ਮਾਤਾ ਜੀ ਨੇ ਕਹਿਣ ਲੱਗੇ ਤੁਹਾਡੇ ਭਰਾ ਨੇ ਇੱਕ ਪੱਤਰਕਾ ਭੇਜੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤੇ ਕਿਰਪਾ ਕਰੋ ਇਹ ਪੱਤਰਕਾ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਪਹੁੰਚਾਓ। ਬਾਬੇ ਪ੍ਰਿਥੀ ਚੰਦ ਨੇ ਕਿਹਾ ਲਿਆਓ ਫੜਾਓ ਪੱਤਰਕਾ ਕਿੱਥੇ ਹੈ ਮੈਨੂੰ। ਚਿੱਠੀ ਫੜਾ ਦਿੱਤੀ, ਪੱਤਰਕਾ ਫੜਾ ਦਿੱਤੀ, ਖੋਲ ਕੇ ਕੱਢ ਕੇ ਪੜ੍ਹੀ, ਦੇਖਿਆ ਉਹ ਤਾਂ ਗੁਰਬਾਣੀ ਉਚਾਰਨ ਕੀਤੀ ਹੋਈ ਹੈ। ਮਨ ਵਿੱਚ ਹੋਰ ਜਿਹੜੀ ਈਰਖਾ ਦੀ ਅੱਗ ਸੀ ਉਹ ਹੋਰ ਤੇਜ਼ ਹੋ ਗਈ। ਹੁਣ ਤਾਂ ਬਾਣੀ ਉਚਾਰਨ ਲੱਗ ਗਏ। ਜੇ ਕਿਤੇ ਪੱਤਰਕਾ ਗੁਰੂ ਜੀ ਕੋਲੇ ਪਹੁੰਚ ਗਈ ਨਾ, ਗੁਰੂ ਜੀ ਨੇ ਉਸੇ ਵਕਤ ਕਹਿ ਦੇਣਾ ਬੁਲਾਓ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਿੱਥੇ ਨੇ? ਕਿਤੇ ਗੁਰਤਾ ਗੱਦੀ ਦਾ ਤਿਲਕ ਉਹਨਾਂ ਨੂੰ ਨਾ ਦੇ ਦੇਣ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਾ ਜਿਹਦੇ ਵਿੱਚ ਸਭ ਤੋਂ ਵੱਧ ਹੱਥ ਸੀ ਉਹ ਪ੍ਰਿਥੀ ਚੰਦ ਦਾ ਸੀ, ਨਾਲੇ ਸੱਕਾ ਭਰਾ ਸੀ, ਗੁਰੂ ਜੀ ਦਾ ਸੱਕਾ ਪੁੱਤਰ ਸੀ, ਵੱਡਾ ਸਪੁੱਤਰ ਸੀ। ਪਰ ਮਨ ਵਿੱਚ ਹਰ ਵਕਤ ਇਹ ਸੋਚਦਾ ਉਹ ਸਮਾਂ ਕਦੋਂ ਆਵੇ ਜੇ ਮੈਨੂੰ ਨਹੀਂ ਗੁਰਤਾ ਗੱਦੀ ਮਿਲਦੀ ਤਾਂ ਮੇਰਾ ਪੁੱਤਰ ਹੈ ਮਿਹਰਬਾਨ ਉਹਨੂੰ ਮਿਲ ਜਾਵੇ। ਇਹ ਪੱਤਰਕਾ ਜੇਬ ਵਿੱਚ ਪਾ ਲਈ ਪ੍ਰਿਥੀ ਚੰਦ ਨੇ, ਤੇ ਪਿਆਰ ਵਿੱਚ ਆ ਕੇ ਸਿੱਖ ਨੂੰ ਭੋਜਨ ਪਾਣੀ ਛਕਾਇਆ, ਮੋੜ ਦਿੱਤਾ, ਕਹਿ ਦਿੱਤਾ ਇਹ ਪੱਤਰਕਾ ਤੇਰੀ ਗੁਰੂ ਸਾਹਿਬ ਤੱਕ ਪਹੁੰਚ ਜੂਗੀ। ਮੈਂ ਗੁਰੂ ਜੀ ਦਾ ਵੱਡਾ ਸਪੁੱਤਰ ਹਾਂ, ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਹਾਂ, ਮੈਂ ਗੁਰੂ ਜੀ ਦੇ ਬਹੁਤਾ ਨੇੜੇ ਹਾਂ, ਮੈਂ ਤੁਹਾਡੀ ਪੱਤਰਕਾ ਜ਼ਰੂਰ ਪਹੁੰਚਾ ਦੂੰਗਾ। ਸਿੱਖ ਵਾਪਸ ਮੁੜਿਆ, ਕਿਉਂਕਿ ਮਨ ਵਿੱਚ ਇਹ ਸੀ ਵੀ ਗੁਰੂ ਜੀ ਦਾ ਭਰਾ ਹੈ, ਗੁਰੂ ਜੀ ਦਾ ਸਪੁੱਤਰ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ। ਕੁਝ ਸਮਾਂ ਉਡੀਕ ਕਰੀ, 5-4 ਦਿਨ ਫੇਰ ਦੇਖਿਆ ਸੰਦੇਸ਼ਾ ਨਹੀਂ ਕੋਈ ਆਇਆ। ਇੱਕ ਦਿਨ ਫੇਰ ਕਲਮ ਦਬਾਤ ਚੁੱਕੀ, ਕਾਗਜ਼ ਚੁੱਕਿਆ ਤੇ ਦੂਸਰਾ ਅੰਕ ਪਾ ਕੇ ਫਿਰ ਗੁਰੂ ਜੀ ਨੇ ਲਿਖਿਆ ਬੜੇ ਪਿਆਰ ਵਿੱਚ, ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਅਰਦਾਸ ਅਜੇ ਮਨਜ਼ੂਰ ਨਹੀਂ ਹੋਈ। ਦੂਸਰਾ ਅੰਕ ਪਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਲਿਖਿਆ ਪਿਆਰ ਵਿੱਚ ਆ ਕੇ, ਤੇਰਾ ਮੁਖ ਸਹਾਬਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧੰਨ ਸੋ ਦੇ ਸੱਚੇ ਪਾਤਸ਼ਾਹ ਉਹ ਅੰਮ੍ਰਿਤਸਰ ਦੀ ਪਾਵਨ ਪਿੱਤਰ ਧਰਤੀ ਧੰਨ ਹੈ। ਧੰਨ ਸੋ ਦੇਸ ਜਹਾਂ ਤੂੰ ਬਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਾਂ ਘੋਲੀ ਜੀਓ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਇਸ ਤਰ੍ਹਾਂ ਦੂਸਰੀ ਪੱਤਰਕਾ ਵੀ ਲਿਖ ਦਿੱਤੀ ਤੇ ਨਾਲ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਪੜ੍ਹਦੇ ਨਾਲੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤਨ ਦੇਸ ਹੈ ਪ੍ਰੀਤਮਾ ਤੇਰਾ, ਜਿੱਥੇ ਜਾ ਕੇ ਤੂੰ ਵਸਿਆ, ਤਨ ਦੇਸ ਹੈ ਪ੍ਰੀਤਮਾ, ਜਿੱਥੇ ਜਾ ਕੇ ਤੂੰ ਵਸਿਆ।
ਧਨ ਦੇਸ ਹੈ ਗਜ ਕੇ ਗਜ ਕੇ। ਗੁਰੂ ਜੀ ਨੇ ਉਸ ਸਿੱਖ ਨੂੰ ਪੁੱਛਿਆ, ਸਾਡੀ ਪੱਤਰਕਾ ਗੁਰੂ ਸਾਹਿਬ ਤੱਕ ਪਹੁੰਚੀ ਨਹੀਂ? ਨਹੀਂ ਮਹਾਰਾਜ, ਪਹੁੰਚ ਗਈ। ਤੁਹਾਡਾ ਭਰਾ ਵੱਡਾ ਧੰਨ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਮਿਲੇ, ਉਹਨਾਂ ਨੇ ਮੇਰਾ ਬੜਾ ਅਦਬ ਸਤਿਕਾਰ ਕਰਿਆ। ਪੱਤਰਕਾ ਫੜ ਕੇ ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਤੱਕ ਪਹੁੰਚਾ ਦਿਆਂਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਫਿਰ ਆ ਦੂਜੀ ਪੱਤਰਕਾ ਲੈ ਕੇ ਜਾਇਓ, ਇਹ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿਓ, ਭੇਟਾ ਕਰ ਦਿਓ। ਸਿੱਖ ਨੇ ਕਿਹਾ, ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਹੈ। ਉਹ ਪੱਤਰਕਾ ਲੈ ਕੇ ਲਾਹੌਰ ਦੀ ਧਰਤੀ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ। ਸਿੱਖ ਨਮਸਕਾਰ ਕਰੀ, ਪਰਿਕਰਮਾ ਕਰੀ। ਜਦੋਂ ਦੇਖਿਆ ਧੰਨ ਬਾਬਾ ਪ੍ਰਿਥੀ ਚੰਦ ਜੀ ਫੇਰ ਮਿਲ ਗਏ, ਅੱਗੇ ਖੜੇ ਨੇ। ਪੁੱਛਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣਾ ਮੈਂ। ਕਿੱਥੋਂ ਆਇਆ? ਲਾਹੌਰ ਤੋਂ ਆਇਆ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੋਂ। ਅੱਛਾ। ਉੱਪਰਲੇ ਮਨੋਂ ਹਾਲ ਚਾਲ ਵੀ ਪੁੱਛਿਆ, ਕਿਵੇਂ ਹੈ ਗੁਰੂ ਸਾਹਿਬ ਜੀ? ਸਾਡੇ ਭਰਾ ਕਿਵੇਂ ਨੇ? ਠੀਕ ਹੈ। ਮਾਤਾ ਜੀ ਵੀ ਠੀਕ ਹੈ। ਪਰ ਉਹ ਬੜੀ ਬੇਦਨਾ ਕਰਦੇ ਨੇ ਗੁਰੂ ਨੂੰ ਮਿਲਣ ਵਾਸਤੇ। ਕਿਰਪਾ ਕਰੋ, ਆ ਪੱਤਰਕਾ ਉਹਨਾਂ ਨੇ ਭੇਜੀ ਹੈ, ਗੁਰੂ ਸਾਹਿਬ ਦੇ ਨਾਲੇ ਮੈਨੂੰ ਦਰਸ਼ਨ ਕਰਾ ਦਿਓ, ਅਤੇ ਨਾਲੇ ਮੈਂ ਪੱਤਰਕਾ ਗੁਰੂ ਸਾਹਿਬ ਨੂੰ ਅਰਪਣ ਕਰ ਦੂੰ, ਭੇਟਾ ਕਰ ਦੂੰਗਾ। ਪ੍ਰਿਥੀ ਚੰਦ ਨੇ ਦੂਸਰੀ ਪੱਤਰਕਾ ਵੀ ਫੜ ਲਈ, ਚਿੱਠੀ ਦੂਸਰੀ ਪੜ੍ਹੀ, ਦੇਖਿਆ ਉਹਦੇ ਵਿੱਚ 2 ਅੰਕ ਪਾ ਕੇ ਤੇ ਪੰਕਤੀਆਂ ਉਚਾਰੀਆਂ ਹੋਈਆਂ ਨੇ, ਤੇਰਾ ਮੁਖ ਸਾਹਬਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਸੱਚੇ ਪਾਤਸ਼ਾਹ ਬੜਾ ਚਿਰ ਹੋ ਗਿਆ ਤੁਹਾਡਾ ਮੁਖ ਦੇ ਉਸ ਪਾਵਨ ਪਿੱਤਰ ਦਿਦਾਰੇ ਕੀਤਿਆਂ ਨੂੰ, ਕਿਰਪਾ ਕਰੋ। ਇਹ ਅੰਮ੍ਰਿਤਸਰ ਦੀ ਧਰਤੀ ਧਨ ਹੈ, ਜਿੱਥੇ ਤੁਹਾਡਾ ਵਾਸਾ ਹੈ, ਉਹ ਤੁਹਾਡੀ ਸੰਗਤ ਧਨ ਹੈ। ਬੜੇ ਪਿਆਰ ਦੇ ਵਚਨ ਕਹਿਣ ਤੋਂ ਭਾਵ ਉਹ ਵੀ ਜੇਬ ਵਿੱਚ ਪਾ ਲਈ ਪੱਤਰਕਾ। ਪ੍ਰਿਥੀ ਚੰਦ ਨੇ ਸਿੱਖ ਨੂੰ ਜਲ ਪਾਣੀ ਛਕਾਇਆ, ਵਾਪਸ ਮੋੜ ਦਿੱਤਾ। ਗੁਰੂ ਸਾਹਿਬ ਜੀ ਸ਼ਾਮ ਦੇ ਵਕਤ ਦੀਵਾਨ ਵਿੱਚ ਆਏ, ਜਦੋਂ ਮੈਂ ਉਦੋਂ ਤੁਹਾਡੀ ਪੱਤਰਕਾ ਮਹਾਰਾਜ ਤੱਕ ਫੜਾ ਦੂੰਗਾ। ਵਕਤੇ ਖੀਰ ਸਿੱਖ ਵਾਪਸ ਮੁੜਿਆ। ਗੁਰੂ ਜੀ ਪੁੱਛਦੇ ਨੇ, ਸਿੱਖਾ ਸਾਡੀ ਪੱਤਰਕਾ? ਕਹਿਣ ਲੱਗੇ, ਤੁਹਾਡੇ ਭਰਾ ਬਾਬਾ ਪ੍ਰਿਥੀ ਚੰਦ ਨੇ ਪੱਤਰਕਾ ਫੜ ਕੇ ਜੇਬ ਵਿੱਚ ਪਾ ਲਈ। ਉਹਨੇ ਕਿਹਾ, ਸ਼ਾਮ ਨੂੰ ਗੁਰੂ ਜੀ ਦੀਵਾਨ ਵਿੱਚ ਆਏ, ਮੈਂ ਉਦੋਂ ਫੜਾ ਦੂੰਗਾ। ਫਿਰ 2-4 ਦਿਨ ਉਡੀਕ ਕੀਤੀ, ਨਾ ਕੋਈ ਜਵਾਬ ਆਇਆ। ਹੁਣ ਤੀਸਰੀ ਪੱਤਰਕਾ ਫਿਰ ਗੁਰੂ ਸਾਹਿਬ ਨੇ ਲਿਖੀ। ਮਾਤਾ ਜੀ ਕਹਿਣ ਲੱਗੇ, ਧੰਨ ਹੈ ਗੁਰੂ ਸਾਹਿਬ, ਆਪਾਂ ਨੂੰ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ। ਤੇ ਫਿਰ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਤੀਸਰੀ ਪੱਤਰਕਾ ਲਿਖੀ। ਲਿਖਦੇ ਕੀ ਨੇ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪਿਰ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂ ਘੋਲੀ ਜਿਉ ਘੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਕਿਰਪਾ ਕਰੋ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਤੋਂ ਦੂਰ ਹਾਂ, ਹੁਣ ਮੈਨੂੰ ਬੜਾ ਕਲਯੁਗ ਸਤਾਉਂਦਾ ਹੈ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਵਿੱਚ ਬੁਲਾ ਲਓ। ਇਹ ਪੱਤਰਕਾ ਲਿਖ ਕੇ ਫਿਰ ਸਿੱਖ ਨੂੰ ਪੂਰਾ ਪੱਕਾ ਕਰ ਦਿੱਤਾ, ਇਹ ਗੁਰੂ ਸਾਹਿਬ ਤੱਕ ਪਹੁੰਚਾਉਣੀ ਹੈ ਤੈਂ ਆਪਣੇ ਹੱਥਾਂ ਦੇ ਨਾਲ। ਨਾਲੇ ਗੁਰੂ ਸਾਹਿਬ ਨੇ ਪੱਤਰਕਾ ਲਿਖੀ, ਨਾਲੇ ਕਿਹਾ, ਸੱਚਾ ਪਾਤਸ਼ਾਹ ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ। ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ।
महाराज जी कहन लगे एक घड़ी ना मिलते तां कलयुग होता। ਜਦੋਂ ਅੰਮ੍ਰਿਤਸਰ ਦੀ ਧਰਤੀ ਵਿੱਚ ਰਹਿੰਦੇ ਸੱਚੇ ਪਾਤਸ਼ਾਹ ਇੱਕ ਘੜੀ ਤੁਹਾਡੇ ਚਰਨਾਂ ਤੋਂ ਦੂਰ ਹੋ ਜਾਂਦੇ ਨੇ, ਇਉਂ ਲੱਗਦਾ ਹੁੰਦਾ ਬਈ ਕਈ ਯੁੱਗ ਬੀਤ ਗਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਕਹਿੰਦੇ ਉਸ ਵਕਤ ਤਾਂ ਲੱਗਦਾ ਵੀ ਕਲਯੁਗ ਆ ਗਿਆ। ਤੇ ਹੁਣ ਤੁਹਾਡੇ ਚਰਨਾਂ ਤੋਂ ਕਿੱਡੀ ਦੂਰ ਬੈਠੇ ਹੈ। ਚਲੋ ਖੈਰ, ਉਹ ਪੱਤਰਕਾ ਲੈ ਕੇ ਸਿੱਖ ਅੰਮ੍ਰਿਤਸਰ ਦੀ ਧਰਤੀ ਉੱਤੇ ਫੇਰ ਪਹੁੰਚ ਗਿਆ। ਫਿਰ ਉੱਧਰ ਗੁਰੂ ਜੀ ਦਾ ਦੀਵਾਨ ਸਜਿਆ ਹੋਇਆ। ਸਿੱਖ ਨੇ ਜਾ ਕੇ ਸਿੱਧਾ ਨਾਲੇ ਗੁਰੂ ਜੀ ਨੂੰ ਨਮਸਕਾਰ ਕਰੀ, ਮੱਥਾ ਟੇਕ ਕੇ ਪੱਤਰਕਾ ਚਰਨਾਂ ਵਿੱਚ ਰੱਖ ਦਿੱਤੀ। ਪੁੱਛਿਆ ਕਿੱਥੋਂ ਆਇਆ? ਲਾਹੌਰ ਤੋਂ ਆਇਆ। ਜਾਣੀ ਜਾਣ ਸੀ, ਸਭ ਕੁਝ ਪਤਾ ਸੀ। ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਵਿੱਚੋਂ ਆਇਆ। ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਪੱਤਰਕਾ ਭੇਜੀ ਹੈ, ਚਿੱਠੀ ਭੇਜੀ ਹੈ, ਤੇ ਤੁਹਾਨੂੰ ਯਾਦ ਕਰਦੇ ਨੇ। ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਚਿੱਠੀ ਪੜ੍ਹੀ ਉਹ 'ਤੇ ਤੀਸਰਾ ਅੰਕ ਪਾਇਆ ਹੋਇਆ ਹੈ ਵੀ ਭਾਵ 2 ਚਿੱਠੀਆਂ ਪਹਿਲਾਂ ਆ ਗਈਆਂ, ਇਹ ਤੀਜੀ ਹੈ। ਪੁੱਛਿਆ ਸਿੱਖਾ 2 ਪੱਤਰਕਾ ਪਹਿਲਾਂ ਆ ਗਈਆਂ? ਹਾਂ ਸੱਚੇ ਪਾਤਸ਼ਾਹ, ਤੁਹਾਡਾ ਵੱਡਾ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਨੂੰ ਫੜਾ ਕੇ ਗਿਆ। ਮੈਂ ਕੋਲ ਬੁਲਾ ਲਿਆ ਬਾਬੇ ਪ੍ਰਿਥੀ ਚੰਦ ਨੂੰ। ਇਹ ਸਿੱਖ ਤੁਹਾਨੂੰ ਮਿਲਿਆ? ਨਾ ਸੱਚੇ ਪਾਤਸ਼ਾਹ, ਮੈਨੂੰ ਤਾਂ ਮਿਲਿਆ ਹੀ ਨਹੀਂ। ਕੋਈ ਚਿੱਠੀ ਤੁਹਾਨੂੰ ਫੜਾਈ ਹੈ? ਨਾ ਸੱਚੇ ਪਾਤਸ਼ਾਹ, ਮੈਨੂੰ ਤਾਂ ਕੋਈ ਚਿੱਠੀ ਹੋਈ ਨਹੀਂ ਫੜਾਈ ਇਹਨੇ। ਮੁੱਕਰ ਗਿਆ। ਸਿੱਖ ਨੇ ਹੱਥ ਬੰਨ੍ਹ ਕੇ ਆਖਿਆ ਸੱਚੇ ਪਾਤਸ਼ਾਹ ਮੈਂ ਬਾਬਾ ਪ੍ਰਿਥੀ ਚੰਦ। ਮਹਾਰਾਜ ਜੀ ਕਹਿਣ ਲੱਗੇ ਮੈਂ ਸਮਝ ਗਿਆ, ਤੀਸਰਾ ਅੰਕ ਪਾਇਆ, 2 ਪਹਿਲਾਂ ਆ ਗਈਆਂ ਚਿੱਠੀਆਂ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਸਿਆਣੇ ਸਿਆਣੇ ਮੁਖੀਏ 5-4 ਗੁਰਸਿੱਖਾਂ ਨੂੰ ਤਿਆਰ ਕੀਤਾ। ਜਾਓ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਤਿਕਾਰ ਸਹਿਤ ਲੈ ਕੇ ਆਓ। ਇਹ ਵੀ ਪਰਖ ਦੀ ਘੜੀ ਸੀ ਇੱਕ। ਬਾਬਾ ਬੁੱਢਾ ਜੀ ਗਏ ਲਾਹੌਰ ਦੀ ਧਰਤੀ ਉੱਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਕੰਨੀ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰਾਂ ਕਰਦੇ ਨੇ। ਨਾਲੇ ਕਹਿੰਦੇ ਨੇ ਉਹ ਅੰਮ੍ਰਿਤਸਰ ਦੀ ਧਰਤੀ ਧੰਨ ਹੈ ਜਿੱਥੇ ਮੇਰੇ ਗੁਰੂ ਪਿਤਾ ਜੀ ਰਹਿੰਦੇ ਨੇ। ਜਦੋਂ ਸੰਦੇਸ਼ਾ ਮਿਲਿਆ ਧੰਨ ਬਾਬਾ ਬੁੱਢਾ ਜੀ ਇਤਿਆਦਿਕ ਸਿਆਣੇ ਗੁਰਸਿੱਖ ਆਏ ਨੇ ਤੁਹਾਨੂੰ ਮਿਲਣ ਵਾਸਤੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆ ਕੇ ਸਤਿਕਾਰ ਕੀਤਾ। ਉਹ ਧੰਨ ਬਾਬਾ ਬੁੱਢਾ ਜਿਹੜਾ ਗੁਰੂ ਨਾਨਕ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜਿੱਤੇ ਗੁਰੂ ਨਾਨਕ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹ ਸਾਡੇ ਕੋਲ ਹੈ। ਚੱਲ ਕੇ 8 ਅੰਗ ਲਾ ਕੇ ਗੁਰੂ ਜੀ ਨੇ ਨਮਸਕਾਰ ਕਰੀ। ਤੇ ਫਿਰ ਅਗਲਾ ਬਚਨ ਕਰਿਆ ਬਾਬਾ ਬੁੱਢਾ ਜੀ ਨੇ, ਤੁਹਾਨੂੰ ਗੁਰੂ ਸਾਹਿਬ ਯਾਦ ਕਰਦੇ ਨੇ। ਚਲੋ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਬਾਬਾ ਬੁੱਢਾ ਜੀ ਦੇ ਨਾਲ ਮਾਤਾ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਦਾ ਹੋਣ ਲੱਗੇ। ਸਰਬ ਸੰਗਤਾਂ ਨੇ, ਸਾਰੀ ਮੱਲ ਨੇ, ਲਾਹੌਰ ਦੀਆਂ ਸੰਗਤਾਂ ਨੇ ਕਿਹਾ ਸੱਚੇ ਪਾਤਸ਼ਾਹ ਹੁਣ ਕਦੋਂ ਮੇਲ ਹੋਊਗਾ? ਮਹਾਰਾਜ ਜੀ ਕਹਿੰਦੇ ਨਦੀਆਂ ਵਬ ਛੁੰਨੀਆਂ ਹਰ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਬਿਸ ਭਰੇ ਕੋਈ ਜਾਣੈ ਜੋਗੀ ਰਾਮ। ਇਹ ਕਹਿ ਕੇ ਅੰਮ੍ਰਿਤਸਰ ਦੀ ਧਰਤੀ ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਜੀ ਨਾਲ ਆਏ। ਆ ਕੇ ਨਮਸਕਾਰਾਂ ਕਰੀਆਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾ ਕੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮੱਥਾ ਟੇਕਿਆ, ਬੁੱਕਲ ਵਿੱਚ ਲੈ ਕੇ ਬੜਾ ਪਿਆਰ ਕਰਿਆ। ਪ੍ਰਿਥੀ ਚੰਦ ਨੇ ਕਿਹਾ ਜਿਹੜੀ ਮੇਰੇ ਮਨ ਵਿੱਚ ਸੀ ਉਹ ਤਾਂ ਰਹੀ ਗਈ। ਮੇਰੇ ਮਨ ਵਿੱਚ ਇਹ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਰਾਂ ਕਰ ਦਈਏ ਤੇ ਗੁਰਤਾ ਗੱਦੀ ਦਾ ਤਿਲਕ ਜਿਹੜਾ ਮੈਨੂੰ ਮਿਲ ਜੂਗਾ ਜਾਂ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜੂਗਾ। ਫਿਰ ਕਿਹਾ, ਪੁੱਛਿਆ ਗੁਰੂ ਰਾਮਦਾਸ ਮਹਾਰਾਜ ਨੇ 2 ਚਿੱਠੀਆਂ ਕਿੱਥੇ ਹੈ? ਪ੍ਰਿਥੀ ਚੰਦ ਮੁੱਕਰ ਗਿਆ। ਜਦੋਂ ਮੁੱਕਰਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ 2 ਸਿੱਖ ਭੇਜੇ, ਜਾਓ ਇਹਦੇ ਘਰ ਦੇ ਵਿੱਚ ਅਲਮਾਰੀ ਵਿੱਚ 2 ਚਿੱਠੀਆਂ ਪਈਆਂ, ਚੁੱਕ ਕੇ ਲੈ ਕੇ ਆਓ। 2 ਚਿੱਠੀਆਂ ਲਿਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰੱਖਤੀਆਂ। 3 ਹੋ ਗਈਆਂ। ਪ੍ਰਿਥੀ ਚੰਦ ਨੂੰ ਕਿਹਾ ਆਹ ਕੀ ਹੈ? ਕਹਿੰਦਾ ਇਹ ਤਾਂ ਮੈਂ ਵੀ ਉਚਾਰ ਸਕਦਾ ਬਾਣੀ, ਮੈਂ ਵੀ ਤੁਹਾਡਾ ਪੁੱਤਰ ਹਾਂ, ਤੁਹਾਡਾ ਵੱਡਾ ਪੁੱਤਰ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ। ਇਹ ਬਾਣੀ ਤਾਂ ਮੈਂ ਵੀ ਉਚਾਰ ਸਕਦਾ। ਮਹਾਰਾਜ ਕਹਿਣ ਲੱਗੇ ਚੰਗਾ ਇਉਂ ਕਰੋ, 3 ਇਹ ਅੰਕ ਹੋ ਗਏ, ਇੱਕ ਹੋਰ ਜਿਹੜਾ ਨਾ ਉਹ ਚੌਥੀ ਪੰਕਤੀ ਉਚਾਰਨ ਕਰ ਦਿਓ, ਇਹ ਸ਼ਬਦ ਪੂਰਾ ਹੋ ਜਾਵੇਗਾ ਤੇ ਫਿਰ ਤੁਹਾਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਜਾਵੇਗਾ। ਬਥੇਰੀਆਂ ਅੱਖਾਂ ਮੀਚੀਆਂ ਪ੍ਰਿਥੀ ਚੰਦ ਨੇ, ਕੁਛ ਨਾ ਬਣਿਆ।
गुरु अर्जन देव महाराज जी नूं फिर हुक्म होया हुण चौथा अंक भी पूरा कर दिओ। चरणा विच बैठे फिर श्री गुरु अर्जन देव महाराज जी ने कहा, भाग होआ गुर संत मिलाया, प्रभ अविनाशी घर मैं पाया, सेव करी पल चसा ना बिछड़ा, जन नानक दास तुम्हारे जियो, हाँ कोली जियो घोल कमाई, जन नानक दास तुम्हारे जियो। चौथा अंक उच्चारण करके श्री गुरु अर्जन देव महाराज सच्चे पातशाह जी ने गुरु रामदास महाराज के चरणों के विच ये बाणी की पंक्ति रखी, फड़ाई सच्चे पातशाह आ लो। फिर उस भगत गुरु जी धन गुरु रामदास महाराज जी दियाँ मेहरां होईयां गुरु अर्जन देव महाराज सब तो छोटे सपुत्र दे उत्ते। कहन लगे, पिरथी चंद देख तू तेरा भरा है मेरा सपुत्र है, वो बड़े तो छोटियां नाल ईर्खा करते चंगे ही नहीं लगते, ते तेरे वास्ते चंगी गल नहीं, दूजा तेरा भरा है सका। फिर पिरथी चंद ने काफ़ी कुछ बोलिया। गुरु अर्जन देव महाराज जी ने सिख वाहिगुरु गुरु रामदास महाराज जी ने संगत नूं इकत्तर कीता, इकट्ठे कीता। श्री गुरु अर्जन देव महाराज जी नूं इशनान ध्यान करवा के नवीन शुद्ध वस्त्र पहना के अपने वाले तख्त उत्ते बिठा के पुत्र नूं पिता ने गुरता गद्दी दा तिलक बाबा बुढ़ा जी नूं कहा ला दिओ। 5 पैसे नारियल रख के ਜਿਹੜੀ चौथी जोत सी ਉਹ फिर धन गुरु रामदास महाराज सच्चे पातशाह जी की जोत, गुरु नानक की जोत ਜਿਹੜੀ ਚੱਲਦੀ ਆਉਂਦੀ ਸੀ ਅੱਜ गुरु अर्जन देव महाराज ਦੇ ਵਿੱਚ प्रकाशवान हो गई। गुरता गद्दी का तिलक श्री गुरु अर्जन देव महाराज जी ਨੂੰ मिल गया। 5वें गुरु नानक तख्ता ताजा उत्ते बैठ गए। गुरु जी ने मेहर कर दी। कहन तो भाव बथेरी ईर्खा करी पिरथी चंद ने। महाराज जी कहन लगे, पिरथी चंद तेरे पल्ले कली ईर्खा ही है। जदों तो ईर्खा कढ़ के हिरदा साफ कर लिया ते उदों समझ ला तू गुरु दे चरणों दे विच भाजेगा, चंगा लगेगा। गुरु नूं इक्को ही चीज़ चंगी लगदी है, वो की है जिन प्रेम कियो तिन ही प्रभ पायो। इस करके धन बाबा पिरथी चंद जी ते फिर उन्होंने अपनी बाणी भी उच्चारण करी। फिर बड़ा अगे जितनियां गुरु अर्जन देव महाराज दीयां शहादतां दे दिन फिर वो जहांगीर बादशाह नूं कह के बड़ा कुछ गद्दी दा हकदार मैं सी, मैं वड्डा हाँ, मेरे पिता ने मेरे नाल चंगी गल नहीं करी, मेरे सब तो छोटे भरा नूं आओ। गुरु रामदास महाराज ने सब तो छोटे पुत्र नूं गुरता गद्दी दे दित्ती। ते फिर बड़ियां ऐसियां गल्लां जिहड़ियां ਉਹ ਜਹਾਂਗੀਰ ਬਾਦਸ਼ਾਹ ਕੋਲੇ ਕਰੀਆਂ ਤੇ ਇੱਥੋਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਜਿਹੜੇ ਦਿਨ ਨੇ ਉਹ ਫਿਰ ਸ਼ੁਰੂ 26 ਮਈ ਦਾ ਮਹਾਰਾਜ ਦਾ ਜਿਹੜਾ ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਦਿਨ ਹੈ। ਇਸ ਕਰਕੇ ਇਹ ਦਿਨ ਜਿਹੜੇ ਆ ਸ਼ਹੀਦਾਂ ਦੇ ਚੱਲ ਰਹੇ ਨੇ। ਅੱਗੇ ਜੂਨ ਦੇ ਵਿੱਚ ਫਿਰ ਸ਼ਹਾਦਤ ਦੇ ਦਿਨ ਸ਼ੁਰੂ ਹੋ ਜਾਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਦਿਨ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ, ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸ਼ਵੀਰ ਬਦਲਦੀ ਕੌਮਾਂ ਦੀ। ਰਾਮ ਕਲੀ ਮਹਲਾ ਤੀਜਾ ਦੀ ਓੰਕਾਰ सतगुर प्रसाद आनंद पाया मेरी माए, सतगुरु मैं पाया। राग रतन परिवार परियां शब्द गावण आईयां, हरि के राम अंजनी बस कह नानक नंद हुआ, सतगुरु मैं पाया। मन मेरे तो सदा रोवर ना रहो तू मन मेरे, दुख सब विसारना रे। सबना गल्लां समरथ स्वामी सो कमनो विसारे, साचे साहिबा क्या नहीं करते रहे। सदा सिफत सलाह तेरी नाम मन विसावे, कह नानक सच्चे साहिब क्या नहीं करते रह सच्चा। कर शांत सुख मन आए बसिया, जिन इच्छा सब पुजाइया।
संतो शब्द तरो प्यारो मेरा दारू बाजे कर्ज बगै शब्द बाजे कलाजित करतारिया तुद कर्म पाया तो जन को से नाम हर कह लागे नंद सुनो बड़ भागियो सगल मनोरथ पूरे दुख रोग संताप उतरे सुनी सच्ची बाणी कहते सतगुर है भरपूरे। वाहिगुरु जी का खालसा वाहिगुरु जी की फतेह जी की फतेह। तुदे आगे अरदास